ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਜੋ ਚੈਪਟਰ ਪੜ੍ਹਨ ਜਾ ਰਹੇ ਹਾਂ, ਚੈਪਟਰ ਨੰਬਰ 21, ਗਿਆਨ ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ, ਸਾਇੰਸ ਸਿਟੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਲੋਕਾਂ ਦੇ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਤੇ ਸਮਾਜ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਦੇ ਉਪਰਾਲੇ ਸ਼ੁਰੂ ਹੋ ਗਏ ਸਨ। ਠੀਕ ਹੈ, ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ 15 ਅਗਸਤ 1947 ਨੂੰ, ਤੇ ਭਾਰਤ ਦੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸਨ ਉਹ ਸਨ ਪੰਡਿਤ ਜਵਾਹਰ ਲਾਲ ਨਹਿਰੂ। ਠੀਕ ਹੈ, ਉਸ ਸਮੇਂ ਤੋਂ ਹੀ ਲੋਕਾਂ ਦੇ ਵਿੱਚ ਇੱਕ ਵਿਗਿਆਨਕ ਸੋਚ, ਹਰੇਕ ਤੱਥ ਨੂੰ ਇੱਕ ਵਿਗਿਆਨਕ ਤੌਰ ਤੇ ਸੋਚਣਾ ਤੇ ਸਮਝਣਾ ਤੇ ਸਾਡੇ ਸਮਾਜ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਦੇ ਉਪਰਾਲੇ ਯਤਨ ਜਿਹੜੇ ਸੀਗੇ ਉਹ ਸ਼ੁਰੂ ਹੋ ਗਏ ਸਨ। ਬਹੁਤ ਸਾਰੀਆਂ ਕੌਮੀ ਪੱਧਰ ਦੀਆਂ ਪ੍ਰਯੋਗਸ਼ਾਲਾਵਾਂ, ਲੈਬੋਰਟਰੀਜ਼, ਠੀਕ ਹੈ, ਪ੍ਰਯੋਗਸ਼ਾਲਾਵਾਂ ਉਸ ਸਮੇਂ ਸਥਾਪਿਤ ਹੋਈਆਂ ਜਿਨ੍ਹਾਂ ਨੇ ਭਾਰਤ ਦੇ ਵਿਗਿਆਨ ਤੇ ਟੈਕਨੋਲੋਜੀ ਦੇ ਵਿਕਾਸ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਤੇ ਭਾਰਤ ਦੀ ਤਰੱਕੀ ਵਾਸਤੇ ਸਮਾਜ ਦੇ ਹਰ ਪ੍ਰਾਣੀ ਵਿੱਚ ਵਿਗਿਆਨਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਆ। ਸਾਡਾ ਦੇਸ਼ ਤਦੇ ਤਰੱਕੀ ਕਰੇਗਾ ਜਦੋਂ ਸਾਡਾ ਦੇਸ਼ ਜਿਹੜਾ ਹੈਗਾ ਆ ਊਚ ਨੀਚ ਦੀ ਭਾਵਨਾ ਜਾਂ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਸੋਚੇਗਾ। ਹਰੇਕ ਇਨਸਾਨ ਦੀ ਸੋਚ ਜਿਹੜੀ ਹੈਗੀ ਆ ਇੱਕ ਸਾਇੰਟੀਫਿਕ ਜਿਹੜੀ ਥਿੰਕਿੰਗ ਦਾ ਹੋਣਾ ਬਹੁਤ ਜ਼ਰੂਰੀ ਆ। ਜੇਕਰ ਅਸੀਂ ਵਿਗਿਆਨਕ ਤੌਰ ਤੇ ਨਹੀਂ ਸੋਚਾਂਗੇ ਤਾਂ ਸਾਡਾ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਇਸ ਦਿਸ਼ਾ ਵਿੱਚ ਅਤੇ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਜਲੰਧਰ ਕਪੂਰਥਲਾ ਸੜਕ, ਠੀਕ ਹੈ, ਜਲੰਧਰ ਤੋਂ ਜਿਹੜੀ ਕਪੂਰਥਲਾ ਨੂੰ ਸੜਕ ਜਾਂਦੀ ਆ, ਸੜਕ ਦੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ, ਠੀਕ ਹੈ, ਜਿਹੜੀ ਕੇਂਦਰ ਸਰਕਾਰ, ਕੇਂਦਰ ਸੈਂਟਰ ਗਵਰਨਮੈਂਟ ਜਿਹੜੀ ਆ ਤੇ ਪੰਜਾਬ ਸਰਕਾਰ ਜਿਹੜੀ ਸਟੇਟ ਗਵਰਨਮੈਂਟ ਆ, ਇਹਨਾਂ ਦੋਨਾਂ ਦੇ ਵੱਲੋਂ ਦੋਨਾਂ ਸਰਕਾਰਾਂ ਨੇ ਸਾਂਝੇ ਤੌਰ ਤੇ ਇੱਕ ਯਤਨ ਕੀਤਾ, ਇੱਕ ਉਪਰਾਲਾ ਕੀਤਾ ਤੇ 72 ਏਕੜ ਜ਼ਮੀਨ ਦੇ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਬਣਾਇਆ ਗਿਆ। ਦੋਨਾਂ ਸਰਕਾਰਾਂ ਦੇ ਤਾਲਮੇਲ ਦੇ ਨਾਲ, ਸਹਿਯੋਗ ਦੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਬਣਾਇਆ ਗਿਆ ਆ। ਉਸਦਾ ਪੂਰਾ ਨਾਮ ਹੈਗਾ ਆ ਪੁਸ਼ਪਾ ਗੁਜਰਾਲ ਸਾਇੰਸ ਸਿਟੀ। ਸਾਇੰਸ ਸਿਟੀ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਵੱਲੋਂ 17 ਅਕਤੂਬਰ 1997 ਨੂੰ ਰੱਖਿਆ ਗਿਆ। ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਸਨ, ਉਹਨਾਂ ਦੇ ਵੱਲੋਂ 17 ਅਕਤੂਬਰ ਨੂੰ, ਬੇਟਾ ਇਹਨੂੰ ਨਾਲ ਦੀ ਨਾਲ ਅੰਡਰਲਾਈਨ ਕਰਦੇ ਜਾਣਾ ਆ ਕਿ 17 ਅਕਤੂਬਰ 1997 ਨੂੰ ਉਹਦੀ ਨੀਂਹ ਰੱਖੀ ਗਈ, ਨੀਂਹ ਪੱਥਰ ਰੱਖਿਆ ਗਿਆ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਦੇ ਵੱਲੋਂ। ਇਸ ਉਪਰਾਲੇ ਦਾ ਮੰਤਵ ਕੀ ਸੀਗਾ? ਠੀਕ ਹੈ, ਸਾਇੰਸ ਸਿਟੀ ਨੂੰ ਬਣਾਉਣ ਦਾ ਮੰਤਵ ਕੀ ਸੀਗਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਗਿਆਨ ਦੇ ਸਿਧਾਂਤਾਂ ਨੂੰ ਮਨੋਰੰਜਕ ਤਰੀਕੇ ਦੇ ਨਾਲ ਜਾਗਰੂਕ ਕਰਨਾ। ਤੇ 19 ਮਾਰਚ 2005 ਇਸ ਨੂੰ ਆਮ ਲੋਕਾਂ ਦੇ ਲਈ ਖੋਲ੍ਹ ਦਿੱਤਾ ਗਿਆ। ਮਤਲਬ ਕਿ 1997 ਦੇ ਵਿੱਚ ਇਹਦਾ ਨੀਂਹ ਪੱਥਰ ਰੱਖਿਆ ਗਿਆ ਤੇ 19 ਮਾਰਚ 2005 ਨੂੰ ਇਹ ਜਿਹੜਾ ਪੂਰੀ ਇੱਕ ਜਿਹੜੀ ਸੀਗੀ ਪ੍ਰਯੋਗਸ਼ਾਲਾ ਕਹਿ ਲਓ ਇੱਕ ਤਰੀਕੇ ਦੇ ਨਾਲ, ਸਾਇੰਸ ਸਿਟੀ ਬਣ ਕੇ ਤਿਆਰ ਹੋ ਗਈ ਸੀਗੀ ਤੇ 2005 ਦੇ ਵਿੱਚ ਇਸ ਨੂੰ ਆਮ ਲੋਕਾਂ ਦੇ ਵਾਸਤੇ ਖੋਲ੍ਹ ਦਿੱਤਾ ਗਿਆ, ਇਹਨੂੰ ਵੇਖਣ ਦੇ ਵਾਸਤੇ। ਤੇ ਸਾਇੰਸ ਸਿਟੀ ਦਾ ਨਾਮ ਜਿਹੜਾ ਆ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਦੀ ਮਾਤਾ ਸ਼੍ਰੀਮਤੀ ਪੁਸ਼ਪਾ ਗੁਜਰਾਲ ਦੇ ਨਾਮ ਤੇ ਰੱਖਿਆ ਗਿਆ। ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਦੀ ਮਾਤਾ ਦਾ ਨਾਮ ਪੁਸ਼ਪਾ ਗੁਜਰਾਲ, ਉਹਨਾਂ ਦੇ ਨਾਮ ਦੇ ਉੱਪਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਰੱਖਿਆ ਗਿਆ। ਆਪ ਇੱਕ ਸਮਾਜ ਸੇਵਕਾ ਸਨ, ਉਹਨਾਂ ਦੀ ਮਾਤਾ ਜੀ ਜਿਹੜੇ ਸੀਗੇ ਇੱਕ ਸਮਾਜ ਸੇਵਕਾ ਸਨ। ਹੁਣ ਤੱਕ ਦੇਸ਼ ਭਰ ਦੇ ਲੱਖਾਂ ਲੋਕ ਪੰਜਾਬ ਵਿੱਚ ਸਾਇੰਸ ਸਿਟੀ ਵੇਖ ਕੇ ਆਨੰਦ ਮਾਣ ਚੁੱਕੇ ਹਨ। ਨੈਕਸਟ ਪੇਜ ਤੇ ਹੈ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਸਾਡੀ ਨਜ਼ਰ ਇੱਕ ਬਹੁਤ ਵੱਡੇ ਗਲੋਬ ਤੇ ਪੈਂਦੀ ਆ। ਠੀਕ ਹੈ ਬੇਟਾ, ਪੇਜ ਨੰਬਰ 89 ਦੇ ਉੱਪਰ ਹੀ ਆ ਜਿੱਥੇ ਸਾਡਾ ਚੈਪਟਰ ਸ਼ੁਰੂ ਹੋਇਆ ਆ। ਉੱਥੇ ਤੁਸੀਂ ਤਸਵੀਰ ਦੇ ਵਿੱਚ ਵੇਖ ਸਕਦੇ ਹੋ ਕਿ ਜਦੋਂ ਆਪਾਂ ਐਂਟਰ ਕਰਦੇ ਹਾਂ ਸਾਇੰਸ ਸਿਟੀ ਦੇ ਵਿੱਚ ਤਾਂ ਇੱਕ ਬਹੁਤ ਵੱਡਾ ਗਲੋਬ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਆ। ਸਭ ਤੋਂ ਪਹਿਲਾਂ ਨਜ਼ਰ ਜਿਹੜੀ ਹੈਗੀ ਆ ਉਸ ਗਲੋਬ ਤੇ ਪੈਂਦੀ ਆ ਤੇ ਜਿਹੜੇ ਵੀ ਲੋਕ ਪਹਿਲੀ ਵਾਰ ਵੇਖਣ ਜਾਂਦੇ ਆ ਤਾਂ ਉਹਨਾਂ ਦੇ ਵਿੱਚ ਬੜੀ ਐਕਸਾਈਟਮੈਂਟ ਹੁੰਦੀ ਆ ਕਿ ਇਹ ਆਖਿਰਕਾਰ ਚੀਜ਼ ਹੈ ਕੀ ਆ ਜਿਹੜਾ ਗਲੋਬ ਬਣਿਆ ਹੋਇਆ ਆ।
ਠੀਕ ਹੈ। ਤੇ ਇਹ ਗਲੋਬ ਵੱਖ-ਵੱਖ ਰੰਗਾਂ ਦੀਆਂ 25 ਲੱਖ ਟਾਈਲਾਂ ਦੇ ਨਾਲ ਬਣਾਇਆ ਗਿਆ ਆ। ਠੀਕ ਹੈ। ਇਸ ਗਲੋਬ ਨੂੰ ਬਣਾਉਣ ਵਾਸਤੇ ਇਹਦੇ ਉੱਪਰ 25 ਲੱਖ ਟਾਈਲਸ ਜਿਹੜੀਆਂ ਹੈਗੀਆਂ ਆ ਉਹ ਲੱਗੀਆਂ ਹੋਈਆਂ ਆ। ਤੇ ਇਹਨੂੰ ਇਸ ਲਾਈਨ ਨੂੰ ਜ਼ਰੂਰ ਅੰਡਰਲਾਈਨ ਕਰਨਾ ਆ। ਇਸ ਗਲੋਬ ਵਿੱਚ ਰੰਗ ਬਰੰਗੀਆਂ 25 ਲੱਖ ਟਾਈਲਾਂ ਲੱਗੀਆਂ ਹੋਈਆਂ ਹਨ। ਬਾਹਰੋਂ ਦਿਸਣ ਵਾਲਾ ਗਲੋਬ, ਬਾਹਰੋਂ ਜਦੋਂ ਆਪਾਂ ਨੂੰ ਦੇਖਦੇ ਆ ਇੱਕ ਗਲੋਬ ਨਜ਼ਰ ਆਉਂਦਾ ਆ। ਠੀਕ ਹੈ। ਤੇ ਅਸਲ ਦੇ ਵਿੱਚ ਇਹ ਇੱਕ ਥੀਏਟਰ ਆ। ਥੀਏਟਰ ਆ, ਠੀਕ ਹੈ, ਜਿਸ ਵਿੱਚ ਆਮ ਸਿਨੇਮਾ ਘਰਾਂ ਦੀ ਸਕਰੀਨ ਦੇ ਨਾਲੋਂ 10 ਗੁਣਾ ਵੱਡੀ ਸਕਰੀਨ ਤੇ ਫਿਲਮ ਦਿਖਾਈ ਜਾਂਦੀ ਆ। ਇੱਕ ਤਰ੍ਹਾਂ ਦਾ ਥੀਏਟਰ ਆ। ਜਦੋਂ ਆਪਾਂ ਆਮ ਥੀਏਟਰ 'ਚ ਜਾਂਦੇ ਆ ਤਾਂ ਉੱਥੋਂ ਦੀ ਜਿਹੜੀ ਸਕਰੀਨ ਆ ਇੱਕ ਰੈਕਟੈਂਗੂਲਰ ਸ਼ੇਪ ਦੀ ਸਕਰੀਨ ਹੁੰਦੀ ਆ। ਲੇਕਿਨ ਜਦੋਂ ਆਪਾਂ ਇਸ ਗਲੋਬ ਵਾਲੇ ਥੀਏਟਰ ਦੇ ਵਿੱਚ ਜਾ ਕੇ ਵੇਖਦੇ ਆ, ਠੀਕ ਹੈ, ਤੇ ਇਹ ਇੱਕ ਸਾਨੂੰ ਇੱਕ ਰਾਊਂਡ ਸ਼ੇਪ ਦੇ ਵਿੱਚ ਅਰਧ ਗੋਲਾ ਜਿਹੜਾ ਹੈਗਾ ਆ ਉਹਦੇ ਆਕਾਰ ਦੇ ਵਿੱਚ ਫਿਲਮ ਜਿਹੜੀ ਹੈਗੀ ਆ ਵੇਖਣ ਨੂੰ ਮਿਲਦੀ ਆ। ਤੇ ਇਹ ਆਪਣੀ ਤਰ੍ਹਾਂ ਦਾ ਹੀ ਇੱਕ ਸਪੇਸ ਥੀਏਟਰ ਆ। ਆਲੇ ਦੁਆਲੇ ਸਕਰੀਨ ਵਾਲੇ ਇਸ ਥੀਏਟਰ ਵਿੱਚ ਬੱਦਲ ਗੱਜਣ ਤੋਂ ਲੈ ਕੇ ਸੂਈ ਡਿੱਗਣ ਤੱਕ ਦੀ ਆਵਾਜ਼ ਬਿਲਕੁਲ ਸਾਫ਼ ਸੁਣਾਈ ਦਿੰਦੀ ਆ। ਮਤਲਬ ਕਿ ਉਹ 3D ਜਿਹੜਾ ਹੈਗਾ ਆ ਇਫੈਕਟ ਆ, ਅੰਦਰ ਸਾਊਂਡ ਜਿਹੜਾ ਹੈਗਾ ਆ, ਮਤਲਬ ਕਿ ਉਸ ਜਿਹੜਾ ਇੱਕ ਫਿਲਮ ਦਾ ਉਹ 'ਚ ਸੀਨ ਦਿਖਾਇਆ ਜਾਂਦਾ, ਉੱਥੇ ਬੇਟਾ ਆਮ ਫਿਲਮਾਂ ਨਹੀਂ ਵਿਖਾਈਆਂ ਜਾਂਦੀਆਂ ਜਿਹੜੀਆਂ ਹਿੰਦੀ ਦੀਆਂ ਜਾਂ ਪੰਜਾਬੀ ਫਿਲਮਾਂ ਹਨ। ਠੀਕ ਹੈ। ਉਹ ਫਿਲਮ ਨਹੀਂ ਵਿਖਾਈ ਜਾਂਦੀ ਇੱਥੇ। ਇੱਕ 30 ਮਿੰਟ ਦੀ ਜਾਂ 35 ਮਿੰਟ ਦੀ ਸਿਰਫ ਇੱਕ ਸਾਇੰਸ ਦੇ ਨਾਲ ਰਿਲੇਟਡ ਜਿਹੜੀ ਹੈਗੀ ਆ ਕੋਈ ਐਕਸਪੈਰੀਮੈਂਟ ਕੀਤਾ ਗਿਆ ਆ, ਉਹ ਫਿਲਮ ਸਿਰਫ ਉੱਥੇ ਦਿਖਾਈ ਜਾਂਦੀ ਆ। ਤੇ ਉਹਦੀ ਆਵਾਜ਼ ਜਿਹੜੀ ਆ, ਸਾਊਂਡ ਜਿਹੜਾ ਆ ਇੰਨਾ ਸ਼ਾਰਪ ਆ ਕਿ ਬੱਦਲ ਗਰਜਣ ਤੋਂ ਲੈ ਕੇ ਸੂਈ ਡਿੱਗਣ ਤੱਕ ਦੀ ਆਵਾਜ਼ ਸਾਨੂੰ ਸਾਫ਼ ਸੁਣਾਈ ਦਿੰਦੀ ਆ। ਤੇ ਇਸ ਵਿੱਚ ਬੈਠ ਕੇ ਫਿਲਮ ਵੇਖਦਿਆਂ ਸਾਨੂੰ ਇਦਾਂ ਲੱਗਦਾ ਆ ਕਿ ਜਿਵੇਂ ਅਸੀਂ ਉਸ ਫਿਲਮ ਦਾ ਇੱਕ ਹਿੱਸਾ ਆ। ਇਦਾਂ ਪ੍ਰਤੀਤ ਹੁੰਦਾ ਆ ਕਿ ਅਸੀਂ ਉਸ ਹੀ ਫਿਲਮ ਦਾ ਹੀ ਇੱਕ ਹਿੱਸਾ ਆ। ਇਸ ਪੁਲਾੜੀ ਥੀਏਟਰ ਵਿੱਚ ਡਿਜੀਟਲ ਪਲੈਨੇਟੇਰੀਅਮ ਦਾ ਸ਼ੋਅ ਵੀ ਵਿਖਾਇਆ ਜਾਂਦਾ ਆ। ਤੇ ਇਹ ਥੀਏਟਰ ਇੱਕਦਮ ਰਾਤ ਦੇ ਆਕਾਸ਼ ਵਿੱਚ ਬਦਲ ਜਾਂਦਾ ਆ। ਜਿਵੇਂ ਰਾਤ ਹੋ ਜਾਂਦੀ ਆ, ਹਨੇਰਾ ਹੋ ਜਾਂਦਾ ਆ ਤੇ ਆਕਾਸ਼ ਦੇ ਵਿੱਚ ਤਾਰੇ ਚਮਕਦੇ ਸਾਨੂੰ ਦਿਖਾਈ ਦਿੰਦੇ ਹਨ। ਉਸ ਇਸੇ ਥੀਏਟਰ ਦੇ ਵਿੱਚ ਇਹਨੂੰ ਡਿਜੀਟਲ ਪਲੈਨੇਟੇਰੀਅਮ ਦਾ ਸ਼ੋਅ ਵੀ ਕਿਹਾ ਜਾਂਦਾ ਆ। ਉਹ ਦਿਖਾਇਆ ਜਾਂਦਾ ਆ ਤਾਂ ਸਾਨੂੰ ਇਦਾਂ ਲੱਗਦਾ ਆ ਕਿ ਅਸੀਂ ਕਿਤੇ ਸ਼ਾਇਦ ਆਕਾਸ਼ ਦੇ ਵਿੱਚ ਪਹੁੰਚ ਗਏ ਆ, ਤਾਰਿਆਂ ਦੇ ਵਿੱਚ ਪਹੁੰਚ ਗਏ ਆ। ਤੇ ਫਿਰ ਸ਼ੁਰੂ ਹੁੰਦੀ ਹੈ ਤਾਰਿਆਂ ਦੀ ਦਾਸਤਾਨ, ਗਲੈਕਸੀਆਂ ਦਾ ਬਣਨਾ, ਤਾਰਿਆਂ ਦਾ ਟੁੱਟਣਾ ਤੇ ਵੱਖ-ਵੱਖ ਗ੍ਰਹਿਆਂ ਦਾ ਇੱਥੇ ਗਿਆਨ ਦਿੱਤਾ ਜਾਂਦਾ ਆ। ਉਸ ਸ਼ੋਅ ਦੇ ਵਿੱਚ, ਉਸ ਥੀਏਟਰ 'ਚ ਜਿਹੜੀ ਫਿਲਮ ਵਿਖਾਈ ਜਾਂਦੀ ਆ ਉਹਦੇ ਵਿੱਚ ਸਾਇੰਸ ਦੇ ਨਾਲ ਸੰਬੰਧਿਤ, ਪੁਲਾੜ ਦੇ ਨਾਲ ਸੰਬੰਧਿਤ ਜਿਹੜੀ ਆ ਸਿੱਖਿਆਵਾਂ ਦੇਣ ਵਾਸਤੇ ਫਿਲਮ ਵਿਖਾਈ ਜਾਂਦੀ ਆ। ਸਾਇੰਸ ਸਿਟੀ ਦੀ ਪੁਲਾੜ ਗੈਲਰੀ ਵਿੱਚ ਪੁਲਾੜ ਦੇ ਰਹਿਣ ਸਹਿਣ ਤੇ ਖਾਣ ਪੀਣ ਬਾਰੇ ਵੀ ਬਹੁਮੁੱਲਾ ਗਿਆਨ ਆ। ਕਿ ਜਿਹੜੇ ਲੋਕ ਸਪੇਸ ਦੇ ਵਿੱਚ ਜਾਂਦੇ ਆ, ਪੁਲਾੜ ਵਿੱਚ ਜਾਂਦੇ ਆ ਤੇ ਉਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਆ ਤੇ ਉਹਨਾਂ ਦਾ ਖਾਣ ਪੀਣ ਬਾਰੇ ਵੀ ਇੱਥੇ ਗਿਆਨ ਦਿੱਤਾ ਜਾਂਦਾ ਆ। ਤੇ ਇੱਥੇ ਆ ਕੇ ਤੁਹਾਨੂੰ ਇੰਝ ਲੱਗੇਗਾ ਕਿ ਜਿਵੇਂ ਤੁਸੀਂ ਵੀ ਪੁਲਾੜ ਵਿੱਚ ਪਹੁੰਚ ਗਏ ਹੋਵੋਗੇ। ਇੱਥੇ ਇੱਕ ਪੋਲ ਸਟਾਰ ਲਾਂਚਿੰਗ ਵਾਹੀਕਲ ਰੱਖਿਆ ਹੋਇਆ ਆ। ਸਾਨੂੰ ਉੱਪਰ ਪੁਲਾੜ ਵਿੱਚ ਸੈਟੇਲਾਈਟ ਛੱਡਣ ਦੀ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਦਿੰਦਾ ਆ ਕਿ ਕਿੱਦਾਂ ਪੁਲਾੜ ਦੇ ਵਿੱਚ ਸੈਟੇਲਾਈਟ ਜਿਹੜੇ ਹੈਗੇ ਆ ਉਹ ਛੱਡੇ ਜਾਂਦੇ ਆ, ਉਹਨਾਂ ਦਾ ਕੀ ਪ੍ਰੋਸੀਜਰ ਆ, ਉਹਦੇ ਸਾਰੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਆ। ਤੇ ਸਪੇਸ ਸ਼ਟਲ ਦਾ ਮਾਡਲ ਵੀ ਇੱਥੇ ਵਿਸ਼ੇਸ਼ ਖਿੱਚ ਦਾ ਕਾਰਨ ਆ। ਨੈਕਸਟ ਹੈਗਾ ਆ, ਨੈਕਸਟ ਪੈਰਾਗ੍ਰਾਫ ਦੇ ਵਿੱਚ ਹੈਗਾ ਆ ਕਿ ਇੱਥੋਂ ਦੇ ਫਲਾਈਟ ਸਿਮੂਲੇਟਰ। ਸਿਮੂਲੇਟਰ ਕੀ ਹੁੰਦਾ ਆ ਕਿ ਮਤਲਬ ਕਿ ਹਕੀਕਤ ਦੇ ਵਿੱਚ, ਠੀਕ ਹੈ, ਕਿਸੇ ਚੀਜ਼ ਨੂੰ ਹਕੀਕਤ ਦੇ ਵਿੱਚ ਉਹਦਾ ਅਹਿਸਾਸ ਕਰਵਾਉਣਾ। ਫਲਾਈਟ ਸਿਮੂਲੇਟਰ ਵਿੱਚ ਬੈਠਿਆਂ ਤੁਹਾਨੂੰ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੋਵੇਗਾ। ਠੀਕ ਹੈ। ਉੱਥੇ ਇੱਕ ਉਹਨਾਂ ਨੇ ਹਵਾਈ ਜਹਾਜ਼ ਰੱਖਿਆ ਹੋਇਆ ਆ। ਠੀਕ ਹੈ। ਤੇ ਉਹਦੇ ਵਿੱਚ ਬੈਠਦਿਆਂ ਹੀ ਸਾਨੂੰ ਉਹਨੂੰ ਕਹਿੰਦੇ ਆ ਫਲਾਈਟ ਸਿਮੂਲੇਟਰ। ਮਤਲਬ ਕਿ ਸਾਨੂੰ ਐਦਾਂ ਪ੍ਰਤੀਤ ਹੁੰਦਾ ਆ ਕਿ ਜਿਵੇਂ ਅਸੀਂ ਜਹਾਜ਼ ਦੇ ਵਿੱਚ ਬੈਠੇ ਹਾਂ। 5 ਡਿਗਰੀ ਦੀ ਚਾਲ ਵਾਲੀ ਇਸ ਸਵਾਰੀ ਤੇ ਜੇਕਰ ਤੁਸੀਂ ਹਵਾਈ ਜਹਾਜ਼ ਵਾਲੀ ਫਿਲਮ ਵੇਖੋਗੇ ਤਾਂ ਤੁਹਾਨੂੰ ਇਦਾਂ ਹੀ ਲੱਗੇਗਾ ਕਿ ਤੁਸੀਂ ਵਾਕਈ ਜਹਾਜ਼ ਦੇ ਵਿੱਚ ਬੈਠੇ ਹੋ ਤੇ ਆਕਾਸ਼ ਦੇ ਵਿੱਚ ਉੱਡ ਰਹੇ ਹੋ। ਤੇ ਜੇਕਰ ਤੁਸੀਂ ਰੋਲਰ ਕੋਸਟਰ ਦੀ ਫਿਲਮ ਵੇਖੋਗੇ ਤਾਂ ਇਵੇਂ ਮਹਿਸੂਸ ਹੋਵੇਗਾ ਕਿ ਤੁਸੀਂ ਰੋਲਰ ਕੋਸਟਰ ਦੇ ਵਿੱਚ ਬੈਠੇ ਹੋ। ਇੱਕ ਛੋਟੀ ਕਿਸਮ ਦਾ ਜਹਾਜ਼ ਆ ਰੋਲਰ ਕੋਸਟਰ। ਤੇ ਇਹ ਸਿਮੂਲੇਟਰ ਜਿਹੜਾ ਆ, ਠੀਕ ਹੈ, ਸਿਮੂਲੇਟਰ ਤੋਂ ਭਾਵ ਹੁੰਦਾ ਆ ਹਕੀਕਤ ਦਾ ਅਹਿਸਾਸ ਕਰਵਾਉਣਾ। ਇਦਾਂ ਦਾ ਅਨੁਭਵ ਸਾਨੂੰ ਲੱਗੇ ਕਿ ਵਾਕਈ ਦੇ ਵਿੱਚ ਇਹ ਹਕੀਕਤ ਆ, ਸੱਚਾਈ ਆ।
ਇਹ ਸਿਮੂਲੇਟਰ ਜਿਹੜਾ ਹੈਗਾ ਆ ਫਲਾਈਟ ਸਿਮੂਲੇਟਰ ਬਰਤਾਨੀਆ ਤੋਂ ਮੰਗਵਾਇਆ ਗਿਆ ਆ, ਭਾਰਤ ਦੇ ਵਿੱਚ ਨਹੀਂ ਬਣਿਆ ਗਿਆ ਹੈਗਾ, ਇਸ ਨੂੰ ਬਰਤਾਨੀਆ ਤੋਂ ਮੰਗਵਾਇਆ ਗਿਆ ਆ। ਫਲਾਈਟ ਸਿਮੂਲੇਟਰ ਦੇ ਨਾਲ ਨਾਲ ਇੱਥੇ ਇੱਕ ਅਰਥਕੁਇਕ ਸਿਮੂਲੇਟਰ ਦਾ ਸ਼ੋਅ ਵੀ ਦਿਖਾਇਆ ਜਾਂਦਾ ਆ। ਅਰਥਕੁਇਕ ਜੋ ਕਿ ਭੂਚਾਲ, ਉਸ ਸਿਮੂਲੇਟਰ ਦਾ ਇੱਕ ਸ਼ੋਅ ਦਿਖਾਇਆ ਗਿਆ ਆ, ਜਿਸ ਵਿੱਚ ਬੈਠ ਕੇ ਤੁਹਾਨੂੰ ਭੂਚਾਲ ਦੇ ਬਿਲਕੁਲ ਅਸਲੀ ਝਟਕਿਆਂ ਵਰਗਾ ਅਹਿਸਾਸ ਹੋਵੇਗਾ। ਠੀਕ ਹੈ, ਇੱਦਾਂ ਦੱਸਿਆ ਜਾਂਦਾ ਆ ਕਿ ਜਦੋਂ ਭੂਚਾਲ ਆਉਂਦਾ ਆ ਤਾਂ ਇਨਸਾਨ ਦੇ ਸਰੀਰ ਨੂੰ ਕਿੱਦਾਂ ਦਾ ਝਟਕਾ ਲੱਗਦਾ ਆ। ਉੱਥੇ ਜਦੋਂ ਉਸ ਸਿਮੂਲੇਟਰ ਦੇ ਵਿੱਚ ਵੀ ਆਪਾਂ ਬੈਠਦੇ ਆ ਤਾਂ ਉਹਦੇ ਵਿੱਚ ਵੀ ਅਸਲੀ ਝਟਕਿਆਂ ਵਰਗਾ ਅਹਿਸਾਸ ਜਿਹੜਾ ਹੈਗਾ ਆ ਸਾਡੀ ਬੋਡੀ ਫੀਲ ਕਰਦੀ ਆ, ਸਾਡਾ ਸਰੀਰ ਉਸ ਨੂੰ ਮਹਿਸੂਸ ਕਰਦਾ ਆ। ਤੇ ਇਸ ਸਿਮੂਲੇਟਰ ਦੇ ਸਾਹਮਣੇ ਇੱਕ ਸਕਰੀਨ ਲੱਗੀ ਹੋਈ ਆ, ਸਕਰੀਨ ਲੱਗੀ ਹੋਈ ਆ ਤੇ ਉੱਤੇ ਦਿਖਾਇਆ ਜਾਂਦਾ ਆ ਕਿ ਤੁਸੀਂ ਘਰ ਦੀਆਂ ਵੱਖ-ਵੱਖ ਮੰਜ਼ਲਾਂ ਦੇ ਵਿੱਚ ਵੱਖ-ਵੱਖ ਰੈਕਟਰ ਪੈਮਾਨਿਆਂ ਤੇ ਭੂਚਾਲ ਨੂੰ ਕਿੱਦਾਂ ਮਹਿਸੂਸ ਕਰਦੇ ਹੋ। ਕਿ ਜੇਕਰ ਤੁਸੀਂ ਬਿਲਕੁਲ ਟੌਪ ਫਲੋਰ ਤੇ ਹੋ, ਅਗਰ ਭੂਚਾਲ ਆ ਜਾਂਦਾ ਬਾਈ ਚਾਂਸ, ਤੁਸੀਂ ਟੌਪ ਫਲੋਰ ਤੇ ਹੋ ਤਾਂ ਤੁਹਾਨੂੰ ਕਿੱਦਾਂ ਦਾ ਅਹਿਸਾਸ ਹੁੰਦਾ ਆ। ਜੇਕਰ ਤੁਸੀਂ ਗਰਾਊਂਡ ਫਲੋਰ ਤੇ ਹੋ ਤੇ ਭੂਚਾਲ ਦੇ ਝਟਕੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦੇ ਆ, ਉਹ ਸਾਨੂੰ ਨਾਲ ਦੀ ਨਾਲ ਜਾਣਕਾਰੀ ਦਿੰਦੇ ਆ। ਔਰ ਇਹ ਵੀ ਦੱਸਦੇ ਆ ਕਿ ਇਸ ਸਿਮੂਲੇਟਰ ਦੇ ਬਾਹਰ ਇਹ ਵੀ ਦੱਸਿਆ ਗਿਆ ਆ ਕਿ ਭੂਚਾਲ ਆਉਣ ਤੇ ਇੱਕਦਮ ਕੀ ਕਰਨਾ ਚਾਹੀਦਾ ਆ। ਠੀਕ ਹੈ, ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਆ, ਇਹ ਵੀ ਉਹਦੇ ਵਿੱਚ ਦੱਸਿਆ ਗਿਆ ਆ। ਨੈਕਸਟ ਹੈ ਕਿ ਸਾਇੰਸ ਸਿਟੀ ਦਾ 3D ਸ਼ੋਅ ਵੀ ਕਮਾਲ ਦਾ ਹੈ। ਉੱਥੇ ਇੱਕ 3D ਸ਼ੋਅ ਦਿਖਾਇਆ ਜਾਂਦਾ ਆ, ਲੇਜ਼ਰ ਸ਼ੋਅ ਵੀ ਉਹਨੂੰ ਕਿਹਾ ਜਾਂਦਾ ਆ। ਤੇ ਇਹ ਸ਼ੋਅ ਸਪੈਸ਼ਲ ਐਨਕਾਂ ਦੇ ਨਾਲ ਦੇਖਿਆ ਜਾਂਦਾ ਆ। ਇੱਦਾਂ ਅਸੀਂ ਮਤਲਬ ਕਿ ਆਪਣੀਆਂ ਨੰਗੀਆਂ ਅੱਖਾਂ ਦੇ ਨਾਲ ਉਹ ਸ਼ੋਅ ਨਹੀਂ ਦੇਖ ਸਕਦੇ। ਠੀਕ ਹੈ, ਉਹਨੂੰ ਦੇਖਣ ਵਾਸਤੇ ਸਪੈਸ਼ਲ ਐਨਕਾਂ ਦਾ ਉਹਨਾਂ ਨੇ ਉੱਥੇ ਪ੍ਰਬੰਧ ਕੀਤਾ ਹੋਇਆ ਆ। ਤੇ ਇਸ ਥੀਏਟਰ ਵਿੱਚ ਬੈਠਿਆਂ ਤੁਹਾਨੂੰ ਇੱਦਾਂ ਲੱਗਦਾ ਆ ਕਿ ਫਿਲਮ ਦੇ ਕਿਰਦਾਰ ਜਿਹੜੇ ਫਿਲਮ ਦੇ ਵਿੱਚ ਐਕਟ ਕਰ ਰਹੇ ਆ, ਚਾਹੇ ਉਹ ਜਾਨਵਰ ਆ ਚਾਹੇ ਉਹ ਇਨਸਾਨ ਆ, ਉਹ ਸਕਰੀਨ ਤੋਂ ਬਾਹਰ ਆ ਕੇ ਤੁਹਾਨੂੰ ਛੂ ਰਹੇ ਆ, ਉਹ ਤੁਹਾਨੂੰ ਟੱਚ ਕਰ ਰਹੇ ਆ। ਠੀਕ ਹੈ, 3D ਸ਼ੋਅ ਜਿਹੜਾ ਹੈਗਾ ਆ ਉਹ ਸਪੈਸ਼ਲ ਉਹਦੇ ਵਾਸਤੇ ਐਨਕ ਬਣੀ ਹੁੰਦੀ ਆ, ਉਹਦੇ ਦੁਆਰਾ ਹੀ ਦੇਖਿਆ ਜਾ ਸਕਦਾ ਆ। ਨੈਕਸਟ ਪੇਜ ਤੇ ਹੈ 91 ਪੇਜ ਨੰਬਰ ਤੇ ਕਿ ਸਾਇੰਸ ਸਿਟੀ ਵਿੱਚ ਲੇਜ਼ਰ ਦੀਆਂ ਕਿਰਨਾਂ। ਠੀਕ ਹੈ, ਲੇਜ਼ਰ ਤੁਹਾਨੂੰ ਸਭ ਨੂੰ ਪਤਾ ਆ ਕਿ ਲੇਜ਼ਰ ਦੀਆਂ ਕਿਰਨਾਂ ਜਿਹੜੀਆਂ ਉਹਦੀਆਂ ਕਿਰਨਾਂ ਰੇਜ਼ ਹੁੰਦੀਆਂ ਆ ਉਹ ਵੀ ਬੜੀਆਂ ਸ਼ਾਰਪ ਹੁੰਦੀਆਂ ਆ। ਤੇ ਲੇਜ਼ਰ ਦੀਆਂ ਕਿਰਨਾਂ ਤੇ ਆਧਾਰਿਤ ਇੱਕ ਲੇਜ਼ਰ ਸ਼ੋਅ ਵੀ ਦਿਖਾਇਆ ਜਾਂਦਾ ਆ। ਤੇ ਲੇਜ਼ਰ ਦੀ ਖੋਜ 1960 ਈਸਵੀ ਦੇ ਵਿੱਚ, ਇਹਨੂੰ ਅੰਡਰਲਾਈਨ ਕਰਨਾ ਇਸ ਲਾਈਨ ਨੂੰ, ਕਿ 1960 ਈਸਵੀ ਵਿੱਚ ਪ੍ਰਸਿੱਧ ਇੰਜੀਨੀਅਰ ਥੋਡਰ ਮੈਮਾਈਨ ਨੇ ਕੀਤੀ ਸੀਗੀ। ਲੇਜ਼ਰ ਦੀ ਖੋਜ 1960 ਈਸਵੀ ਦੇ ਵਿੱਚ ਪ੍ਰਸਿੱਧ ਇੰਜੀਨੀਅਰ ਥੋਡਰ ਮੈਮਾਈਨ ਨੇ ਕੀਤੀ ਸੀਗੀ। ਤੇ ਅੱਜ ਕੱਲ੍ਹ ਦੇ ਆਧੁਨਿਕ ਯੁੱਗ ਦੇ ਵਿੱਚ ਲੇਜ਼ਰ ਜਿਹੜਾ ਹੈਗਾ ਆ ਉਦਯੋਗ ਤੇ ਮਨੁੱਖੀ ਜੀਵਨ ਦੇ ਲਈ ਬਹੁਤ ਲਾਹੇਵੰਦ ਹੋ ਚੁੱਕਾ ਆ। ਤੁਸੀਂ ਇਹ ਵੀ ਵੇਖਿਆ ਹੋਣਾ ਆ ਕਿ ਪਹਿਲਾਂ ਜਦੋਂ ਸਰੀਰ ਦੇ ਵਿੱਚ ਕਿਸੇ ਵੀ ਅੰਗ ਦੀ ਕੋਈ ਸਰਜਰੀ ਕੀਤੀ ਜਾਂਦੀ ਸੀ ਤਾਂ ਆਪਰੇਸ਼ਨ ਕੀਤਾ ਜਾਂਦਾ ਸੀ ਤਾਂ ਸਰੀਰ ਦੇ ਉੱਪਰ ਕੱਟ ਲਗਾਉਣਾ ਪੈਂਦਾ ਸੀਗਾ। ਲੇਕਿਨ ਅੱਜ ਦੇ ਸਮੇਂ ਦੇ ਵਿੱਚ ਲੇਜ਼ਰ ਦੇ ਨਾਲ ਅੱਖਾਂ ਦੇ ਰੈਟੀਨਾ ਦੀ ਵੈਲਡਿੰਗ, ਕੈਂਸਰ ਥੈਰੇਪੀ ਤੇ ਚੀਰਾ ਰਹਿਤ ਆਪਰੇਸ਼ਨ ਕਰਨ ਲਈ ਵਰਤੀ ਜਾਂਦੀ ਆ ਜੋ ਲੇਜ਼ਰ ਦੀ ਤਕਨੀਕ ਆ। ਤੇ ਲੇਜ਼ਰ ਦੇ ਰਾਹੀਂ ਜਿਹੜੇ ਸਾਡੇ ਸਰੀਰ ਦਾ ਕੋਈ ਵੀ ਦੁੱਖ ਆ, ਠੀਕ ਹੈ, ਉਹਨੂੰ ਉਹਦੇ ਨਾਲ ਹੀ ਖਤਮ ਕੀਤਾ ਜਾਂਦਾ ਆ। ਮਤਲਬ ਕਿ ਸਰੀਰ ਨੂੰ ਕੱਟ ਕੇ ਜਾਂ ਚੀਰਾ ਦੇ ਕੇ ਜੋ ਅੱਗੇ ਆਪਰੇਸ਼ਨ ਕੀਤੇ ਜਾਂਦੇ ਸਨ, ਹੁਣ ਉਹਦੀ ਬਜਾਏ ਲੇਜ਼ਰ ਤਕਨੀਕ ਦੇ ਨਾਲ ਜਿਹੜੀ ਅੰਦਰ ਸਮੱਸਿਆ ਸਾਡੇ ਸਰੀਰ ਦੀ ਉਸ ਨੂੰ ਖਤਮ ਕੀਤਾ ਜਾ ਰਿਹਾ ਆ। ਮਤਲਬ ਕਿ ਸਾਡੇ ਆਨੰਦ ਦੇ ਨਾਲ ਨਾਲ, ਇੰਜੋਏ ਦੇ ਨਾਲ ਨਾਲ ਇਹ ਸਾਡੇ ਜਿਹੜੀ ਸਾਇੰਸ ਆ ਉਹਦੇ ਵਾਸਤੇ ਵੀ ਬਹੁਤ ਲਾਹੇਵੰਦ ਹੈ। ਸਾਇੰਸ ਸਿਟੀ ਦੀ ਸਾਇੰਸ ਐਕਸਪਲੋਰੀਅਮ ਬਿਲਡਿੰਗ ਵਿੱਚ ਬਣੀ ਸਿਹਤ ਗੈਲਰੀ ਸਾਡੇ ਸਰੀਰ ਦੇ ਰਹੱਸਾਂ ਨੂੰ ਖੋਲਦੀ ਆ। ਠੀਕ ਹੈ, ਸਾਇੰਸ ਸਿਟੀ ਜਿਹੜੀ ਦੱਸੀ ਆ ਕਿ 72 ਏਕੜ ਜ਼ਮੀਨ ਦੇ ਵਿੱਚ ਬਣੀ ਹੋਈ ਆ। ਇੱਥੇ ਹਰੇਕ ਜਿਹੜਾ ਪਾਰਟ ਆ, ਜਿੰਨੇ ਵੀ ਉਹਦੇ ਵਿੱਚ ਬਣਾਏ ਹੋਏ ਆ, ਸਾਇੰਸ ਦੇ ਨਾਲ ਸੰਬੰਧਿਤ ਗੈਲਰੀਆਂ ਬਣਾਈਆਂ ਹੋਈਆਂ ਆ, ਸਾਰੀਆਂ ਹੀ ਬਹੁਤ ਹੀ ਲਾਹੇਵੰਦ ਹਨ। ਤੇ ਉੱਥੇ ਇੱਕ ਸਾਇੰਸ ਐਕਸਪਲੋਰੀਅਮ ਬਿਲਡਿੰਗ ਬਣਾਈ ਹੋਈ ਆ, ਉਹਦੇ ਵਿੱਚ ਇੱਕ ਸਿਹਤ ਗੈਲਰੀ ਆ। ਸਾਡੀ ਸਿਹਤ ਦੇ ਨਾਲ, ਸਾਡੀ ਬੋਡੀ ਦੇ ਨਾਲ ਰਿਲੇਟਡ ਜਿਹੜੀ ਹੈਗੀ ਆ ਉਹ ਇੱਕ ਗੈਲਰੀ ਬਣੀ ਆ ਤੇ ਸਰੀਰ ਦੇ ਰਹੱਸਾਂ ਨੂੰ ਖੋਲਦੀ ਆ ਕਿ ਸਾਡੇ ਸਰੀਰ ਦੇ ਵਿੱਚ ਕਿੱਦਾਂ ਕਿੱਦਾਂ ਦੇ ਅੰਗ ਹਨ ਤੇ ਉਹ ਕਿੱਦਾਂ ਕੰਮ ਕਰਦੇ ਆ। ਇਸ ਗੈਲਰੀ ਦੇ ਅੰਦਰ ਵੜਦਿਆਂ ਹੀ ਸਭ ਤੋਂ ਪਹਿਲਾਂ ਨਜ਼ਰ ਪੈਂਦੀ ਆ 12 ਫੁੱਟ ਉੱਚੇ ਦਿਲ ਦੇ ਮਾਡਲ ਦੇ ਉੱਪਰ।
ਠੀਕ ਹੈ। ਜਦੋਂ ਆਪਾਂ ਉਹਦੇ ਵਿੱਚ ਐਂਟਰ ਕਰਦੇ ਹਾਂ ਤੇ 12 ਫੁੱਟ ਉੱਚਾ ਇੱਕ ਸਾਡੇ ਦਿਲ ਦਾ ਮਾਡਲ ਬਣਿਆ ਹੋਇਆ ਆ, ਜੋ ਸਾਡਾ ਹਿਊਮਨ ਦਾ ਇੱਕ ਹਾਰਟ ਹੈਗਾ ਆ, ਉਹਦਾ ਪੂਰਾ ਮਾਡਲ ਬਣਿਆ ਹੋਇਆ ਆ, 12 ਫੁੱਟ ਉੱਚਾ ਆ, ਠੀਕ ਹੈ। ਤੇ ਜਦੋਂ ਆਪਾਂ ਉਹਦੇ ਵਿੱਚ ਲੰਘਦੇ ਹਾਂ, ਉਹਦੇ ਅੰਦਰ ਵੜਦੇ ਹਾਂ, ਤਾਂ ਤੁਹਾਨੂੰ ਆਪਣੇ ਦਿਲ ਦੀ ਧੜਕਣ ਸਾਫ਼ ਸੁਣਾਈ ਦਿੰਦੀ ਆ। ਉਹਦੇ ਵਿੱਚ 12 ਫੁੱਟ ਉੱਚਾ ਮਾਡਲ ਆ, ਤੇ ਉਹਦੇ ਵਿੱਚ ਖੜਨ ਵਾਸਤੇ ਜਦੋਂ ਆਪਾਂ ਉਹਦੇ ਵਿੱਚੋਂ ਲੰਘਦੇ ਹਾਂ ਨਾ, ਤਾਂ ਸਾਨੂੰ ਆਪਣੇ ਦਿਲ ਦੀ ਧੜਕਣ ਸਾਫ਼ ਸੁਣਾਈ ਦਿੰਦੀ ਆ। ਤੇ ਉਸ ਤੋਂ ਅੱਗੇ ਹੈਗਾ ਕਿ ਧੜਕਣ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਆ। ਇਸ ਤੋਂ ਇਲਾਵਾ ਇੱਥੇ ਪਾਰਦਰਸ਼ੀ ਮਨੁੱਖ ਥੀਏਟਰ ਵਿੱਚ ਸਾਨੂੰ ਆਪਣੇ ਸਰੀਰ ਦੇ ਅੰਗਾਂ ਦੀ ਕਿਰਿਆ ਦਾ ਪਤਾ ਲੱਗਦਾ ਆ। ਇੱਕ ਪਾਰਦਰਸ਼ੀ ਮਨੁੱਖ ਆ, ਉੱਥੇ ਉਹਦੇ ਆਰ ਪਾਰ ਲੰਘਿਆ ਜਾ ਸਕਦਾ ਆ। ਤੇ ਜਦੋਂ ਆਪਾਂ ਉੱਥੇ ਜਾ ਕੇ ਖੜਦੇ ਹਾਂ, ਤਾਂ ਸਾਡੇ ਸਰੀਰ ਦੇ ਅੰਗਾਂ ਦੀ ਕਿਰਿਆ ਦਾ ਪਤਾ ਚੱਲਦਾ ਹੈ ਕਿ ਸਾਡੇ ਸਰੀਰ ਦੇ ਜਿਹੜੇ ਅੰਗ ਹੈਗੇ ਆ ਉਹ ਕਿੱਦਾਂ ਕੰਮ ਕਰਦੇ ਆ। ਸਾਡਾ ਦਿਲ ਦਿਨ ਵਿੱਚ ਕਿੰਨੀ ਵਾਰ ਧੜਕਦਾ ਆ, ਅਸੀਂ ਕਿੰਨੀ ਵਾਰੀ ਸਾਹ ਲੈਂਦੇ ਆ, ਇਸ ਬਾਰੇ ਇਹ ਪਾਰਦਰਸ਼ੀ ਮਨੁੱਖ ਸਾਨੂੰ ਬੋਲ ਕੇ ਦੱਸਦਾ ਆ। ਪਾਰਦਰਸ਼ੀ ਹੁੰਦਾ ਆ ਜਿਹਦੇ ਆਰ ਪਾਰ ਵੇਖਿਆ ਜਾ ਸਕਦਾ ਆ। ਇਸ ਗੈਲਰੀ ਵਿੱਚ ਤੁਸੀਂ ਖੁਦ ਸਿਟੀ ਸਕੈਨ ਅਤੇ ਆਪਰੇਸ਼ਨ ਵੀ ਕਰਕੇ ਵੇਖ ਸਕਦੇ ਹੋ। ਸਿਟੀ ਸਕੈਨ ਦਾ ਮਾਡਲ ਸਿਟੀ ਸਕੈਨ ਦੀ ਸਾਰੀ ਪ੍ਰਕਿਰਿਆ ਤੋਂ ਜਾਣੂ ਕਰਵਾਉਂਦਾ ਆ। HIV ਏਡਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੀ ਇੱਥੇ ਇੱਕ ਵੱਖਰੀ ਕਿਸਮ ਦੀ ਗੈਲਰੀ ਬਣਾਈ ਗਈ ਆ, ਜਿਸ ਵਿੱਚ ਇਸ ਬਿਮਾਰੀ ਦੇ ਲੱਛਣਾਂ ਤੇ ਕਾਰਨਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ ਆ। ਇਸ ਵਿੱਚ ਕ੍ਰੋਮੋਸੋਮ, DNA ਆਦਿ ਦੇ ਮਾਡਲ ਵੀ ਰੱਖੇ ਗਏ ਹਨ। ਤੇ ਬੇਟਾ ਅੱਜ ਦੇ ਵਾਸਤੇ ਇੰਨਾ ਚੈਪਟਰ ਆ, ਠੀਕ ਹੈ। ਇੱਥੇ ਤੱਕ ਤੁਸੀਂ ਮਾਰਕ ਕਰ ਲੈਣਾ ਆ, ਤੇ ਇਸ ਚੈਪਟਰ ਨੂੰ ਦੁਬਾਰਾ ਧਿਆਨ ਦੇ ਨਾਲ ਫਿਰ ਤੋਂ ਪੜ੍ਹਨਾ ਆ।